ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 6 ਅਧਿਆਇ ਦੀ 19 ਤੋਂ ਲੈ ਕੇ 23 ਆਇਤਾਂ ਤੱਕ ਦੇ ਵਚਨਾਂ ਦਾ ਅਧਿਐਨ ਕਰ ਰਹੇ ਸੀ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੇ ਇੱਕ ਲੰਬਾ ਸਮਾਂ ਬਾਬੁਲ ਦੇ ਦਰਬਾਰ ਵਿੱਚ ਗੁਜ਼ਾਰਿਆ। ਉਹਨੇ ਰਾਜਾ ਨਬੂਕਦਨੇਸਰ ਤੋਂ ਲੈ ਕੇ ਰਾਜਾ ਦਾਰਾ ਤੱਕ ਕਈ ਰਾਜਿਆਂ ਦੇ ਨਾਲ ਕੰਮ ਕੀਤਾ। ਪਰਮੇਸ਼ਰ ਨੇ ਉਹਨੂੰ ਇਹਨਾਂ ਪਰਾਈ ਕੌਮਾਂ ਦੇ ਰਾਜਿਆਂ ਦੇ ਦੁਆਰਾ ਉੱਚਾ ਚੁੱਕਿਆ ਅਤੇ ਸਾਰੇ ਬਾਬੂਲ ਦੇ ਉੱਤੇ ਉਸ ਦਾ ਨਾਮ ਅਤੇ ਉਹਦੀ ਸ਼ੋਹਰਤ ਸੀ। ਅਸੀਂ ਪਰਮੇਸ਼ਰ ਦੇ ਪ੍ਰਤੀ ਉਸ ਦੇ ਦ੍ਰਿਸ਼ਟੀਕੋਣ ਨੂੰ ਜਾਣਿਆ। ਅਸੀਂ ਜਾਣਿਆ ਕਿ ਉਹ ਪਰਮੇਸ਼ਰ ਦੇ ਪ੍ਰਤੀ ਵਿਸ਼ਵਾਸ ਰੱਖਦਾ ਸੀ ਅਤੇ ਉਹਦਾ ਵਿਸ਼ਵਾਸ ਬਹੁਤ ਵੱਡਾ ਸੀ। ਉਹ ਆਪਣੇ ਨਿਤਨੇਮ ਦੇ ਵਿੱਚ ਪੱਕਾ ਸੀ। ਉਹਨੇ ਪਰਮੇਸ਼ਰ ਦੀ 3 ਸਮੇਂ ਦੀ ਬੰਦਗੀ ਕਰਨ ਦੀ ਆਪਣੀ ਆਦਤ ਨੂੰ ਰਾਜੇ ਦੇ ਆਦੇਸ਼ ਦੇ ਬਾਵਜੂਦ ਵੀ ਨਹੀਂ ਬਦਲਿਆ। ਉਹ ਸ਼ੇਰਾਂ ਦੀ ਮਾਨ ਦੇ ਵਿੱਚ ਸੁੱਟਿਆ ਗਿਆ, ਪਰ ਪਰਮੇਸ਼ਰ ਨੇ ਉਸ ਨੂੰ ਬਚਾ ਲਿਆ ਅਤੇ ਸ਼ੇਰਾਂ ਨੇ ਉਸ ਦਾ ਕੁਝ ਵੀ ਨੁਕਸਾਨ ਨਾ ਕੀਤਾ। ਦਾਨੀਏਲ ਨਬੀ ਵੀ ਸਾਡੇ ਵਾਂਗ ਇੱਕ ਆਮ ਇਨਸਾਨੀ ਸੀ, ਪਰ ਪਰਮੇਸ਼ਰ ਦੇ ਪ੍ਰਤੀ ਉਸ ਦਾ ਅਟੂਟ ਵਿਸ਼ਵਾਸ ਉਹਨੂੰ ਸਾਡੇ ਨਾਲੋਂ ਅਲੱਗ ਬਣਾਉਂਦਾ ਹੈ ਅਤੇ ਬਾਈਬਲ ਬਾਣੀ ਦੇ ਵਿੱਚ ਉਹ ਵਿਸ਼ਵਾਸ ਦੇ ਯੋਧਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਦੋਸਤੋ, ਅੱਜ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਇ ਦੇ ਉੱਤੇ ਚਰਚਾ ਕਰਾਂਗੇ। ਇਸ ਅਧਿਆਇ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਦਾਨੀਏਲ ਦੇ ਸੁਪਨੇ ਦੇ ਲਈ ਵਾਤਾਵਰਣ ਤਿਆਰ ਕਰਨਾ। ਇਸ ਦੇ ਵਿੱਚ ਅਸੀਂ ਦੇਖਾਂਗੇ ਪਹਿਲਾ ਪਸ਼ੂ, ਦੂਜਾ ਪਸ਼ੂ, ਤੀਸਰਾ ਪਸ਼ੂ ਅਤੇ ਚੌਥਾ ਪਸ਼ੂ। ਪੰਜਵਾਂ ਰਾਜ ਦੇਖਾਂਗੇ ਅਸੀਂ, ਔਰ ਫਿਰ ਅਖੀਰ ਦੇ ਵਿੱਚ ਇਹਦਾ ਸਾਰ ਦੇਖਾਂਗੇ। ਸਾਰ ਦੇ ਵਿੱਚ ਅਸੀਂ ਜੋ ਚੀਜ਼ਾਂ ਦੇਖਾਂਗੇ ਉਹ ਹਨ ਮਾਨਵ ਇਤਿਹਾਸ ਦਾ ਵਿਕਾਸ, ਮਾਨਵ ਇਤਿਹਾਸ ਦਾ ਬਚਾਓ, ਮਾਨਵ ਇਤਿਹਾਸ ਦਾ ਪ੍ਰਯੋਜਨ। ਦੋਸਤੋ, ਹੁਣ ਅਸੀਂ ਆਪਣੇ ਅਧਿਐਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਅਖੀਰ ਤੱਕ ਬਣੇ ਰਹੋ। ਤੁਸੀਂ ਇਸ ਪ੍ਰੋਗਰਾਮ ਤੋਂ ਜ਼ਰੂਰ ਆਸ਼ੀਸ਼ ਪਾਓਗੇ। ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਵਚਨ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਦਾਨੀਏਲ ਦੇ ਸੁਪਨੇ ਲਈ ਵਾਤਾਵਰਣ ਤਿਆਰ ਕਰਨਾ। ਨੰਬਰ 2, ਦਾਨੀਏਲ ਦੇ ਸੁਪਨੇ ਦਾ ਸਿਲਸਿਲਾ। ਭਾਗ ਊੜਾ, ਪਹਿਲਾ ਪਸ਼ੂ 7 ਅਧਿਆਇ 14 ਵਚਨ। ਭਾਗ ਐੜਾ, ਦੂਸਰਾ ਪਸ਼ੂ 7 ਅਧਿਆਇ 5 ਵਚਨ। ਭਾਗ ਈੜੀ, ਤੀਸਰਾ ਪਸ਼ੂ ਭਾਗ 7 ਅਧਿਆਇ 6 ਵਚਨ। ਭਾਗ ਸੱਸਾ, ਚੌਥਾ ਪਸ਼ੂ 7 ਅਧਿਆਇ 7 ਵਚਨ। ਭਾਗ ਸੱਸਾ, ਪੰਜਵਾਂ ਰਾਜ 7 ਅਧਿਆਇ 8 ਵਚਨ। ਸਾਰ। ਭਾਗ ਊੜਾ, ਮਾਨਵ ਇਤਿਹਾਸ ਦਾ ਵਿਕਾਸ। ਭਾਗ ਐੜਾ, ਮਾਨਵ ਇਤਿਹਾਸ ਦਾ ਬਚਾਓ। ਭਾਗ ਈੜੀ, ਮਾਨਵ ਇਤਿਹਾਸ ਦਾ ਪ੍ਰਯੋਜਨ। ਮੇਰੀ ਫਾਈਲ ਵਿੱਚ ਇੱਕ ਲੇਖ ਹੈ ਜਿਸ ਨੂੰ ਮੈਂ ਦਾ ਨੈਸ਼ਨਲ ਓਬਜ਼ਰਵਰ ਵਿੱਚੋਂ ਮਾਰਚ 1972 ਵਿੱਚ ਲਿਆ ਸੀ, ਜਿਸ ਦਾ ਨਾਮ ਸੀ ਵਿਨਾਸ਼ ਦਾ ਦਿਨ। ਇਹ ਇੱਕ ਸਭਾ ਦੀ ਰਿਪੋਰਟ ਸੀ ਜੋ ਵਾਸ਼ਿੰਗਟਨ ਵਿੱਚ ਹੋਈ ਸੀ, ਜਿਸ ਵਿੱਚ ਵਿਗਿਆਨਕ ਅਤੇ ਕਈ ਬੁੱਧੀਜੀਵੀ ਸਨ। ਇਸ ਸਭਾ ਨੇ ਇਹ ਨਤੀਜਾ ਕੱਢਿਆ ਸੀ ਕਿ ਜਦ ਤੱਕ ਮਨੁੱਖ ਆਪਣੇ ਜੀਵਨ ਵਿੱਚ ਪਛਤਾਪ ਨਹੀਂ ਕਰਦੇ ਅਤੇ ਆਪਣੇ ਜੀਵਨ ਦੇ ਰਹਿਣ ਸਹਿਣ ਦੇ ਤਰੀਕੇ ਨੂੰ ਨਹੀਂ ਬਦਲਦੇ ਤਾਂ 100 ਸਾਲ ਦੇ ਅੰਦਰ ਸਾਡੀ ਸਭਿਅਤਾ ਦਾ ਨਾਸ਼ ਹੋ ਜਾਵੇਗਾ। ਇਹ ਗੱਲ ਕਿਸੇ ਉਪਦੇਸ਼ਕ ਨੇ ਨਹੀਂ ਆਖੀ, ਇਹ ਤਾਂ ਵਿਗਿਆਨਕਾਂ ਦੇ ਇੱਕ ਸਮੂਹ ਦੁਆਰਾ ਆਖੀ ਗਈ। ਉਹਨਾਂ ਨੇ ਹੀ ਆਖਿਆ, ਜੇ ਇਸ ਵਿਨਾਸ਼ ਤੋਂ ਬਚਣਾ ਹੈ ਤਾਂ ਸਾਨੂੰ ਆਪਣੀ ਦਿਸ਼ਾ ਹੀ ਬਦਲਣੀ ਪਵੇਗੀ। ਇਹ ਮਹਾਨ ਇਤਿਹਾਸਕਾਰ ਪ੍ਰੋਫੈਸਰ ਅਲਬਰਟ ਬੈਬਰ ਨੇ ਵੀ ਕੁਝ ਸਾਲ ਪਹਿਲਾਂ ਲਿਖਿਆ ਸੀ ਕਿ ਅਸੀਂ ਸੰਸਾਰ ਦੇ ਇਤਿਹਾਸ ਦੇ ਅੰਤ ਵਿੱਚ ਪਹੁੰਚ ਚੁੱਕੇ ਹਾਂ। ਇੱਕ ਹੋਰ ਪ੍ਰਸਿੱਧ ਇਤਿਹਾਸਕਾਰ H.G. ਵੈਲਸ ਨੇ ਵੀ ਇਸ ਗੱਲ ਦੇ ਬਾਰੇ ਆਖਿਆ, ਮੈਂ ਭਵਿੱਖਬਾਣੀ ਕਰ ਸਕਦਾ ਹਾਂ ਜਿਸ ਵਿੱਚ ਤੁਸੀਂ ਤੇ ਮੈਂ ਰਹਿ ਰਹੇ ਹਾਂ। ਉਹ ਧਰਤੀ ਦੀ ਆਖਰੀ ਪੀੜ੍ਹੀ ਹੈ। ਲੰਦਨ ਵਿੱਚ ਸੰਸਾਰ ਦੇ ਮਹਾਨ ਵਿਗਿਆਨਿਕ ਅਤੇ ਮਹਾਨ ਲੀਡਰਾਂ ਦੀ ਇੱਕ ਸਭਾ ਹੋਈ ਸੀ, ਜਿਸ ਵਿੱਚ ਇੱਕ ਪ੍ਰਸ਼ਨ ਪੁੱਛਿਆ ਗਿਆ। ਪ੍ਰਸ਼ਨ ਇਹ ਸੀ, ਸਾਲ 2000 ਵਿੱਚ ਜਗਤ ਦੀ ਕੀ ਹਾਲਤ ਹੋਵੇਗੀ? ਦਾਨੀਏਲ ਦੀ ਕਿਤਾਬ ਦੇ ਬਾਰੇ ਕਿਸ ਤਰ੍ਹਾਂ ਲਿਆ ਜਾਵੇਗਾ? ਇਸ ਬਾਰੇ ਕਈ ਵਿਚਾਰ ਹਨ ਜਿਨ੍ਹਾਂ ਨੂੰ ਅਸੀਂ ਇਸ ਭਾਗ ਵਿੱਚ ਲੈਣ ਜਾ ਰਹੇ ਹਾਂ ਅਤੇ ਉਹਨਾਂ ਨੇ ਇੱਕ ਮਤ ਹੋ ਕੇ ਉੱਤਰ ਦਿੱਤਾ, ਸਾਲ 2000 ਵਿੱਚ ਇਸ ਜਗਤ ਦਾ ਅਸਤਿਤਵ ਨਹੀਂ ਹੋਵੇਗਾ।
ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਇਤਿਹਾਸ ਨੂੰ ਕਿਸ ਤਰ੍ਹਾਂ ਪੜ੍ਹਦਾ ਹੈ, ਜਾਂ ਸਮਾਜਿਕ ਜਾਂ ਧਾਰਮਿਕ ਭਵਿੱਖਵਕਤਾ ਦੀ ਭਵਿੱਖਬਾਣੀਆਂ ਨੂੰ ਕਿਸ ਤਰ੍ਹਾਂ ਲੈਂਦਾ ਹੈ। ਪਰ ਅਸੀਂ ਸਭ ਇਸ ਗੱਲ ਦਾ ਅਹਿਸਾਸ ਕਰਦੇ ਹਾਂ ਕਿ ਕੁਝ ਅਜੀਬ ਚੀਜ਼ਾਂ ਇਸ ਜਗਤ ਵਿੱਚ ਹੋਣ ਜਾ ਰਹੀਆਂ ਹਨ, ਜਿਸ ਵਿੱਚ ਤੁਸੀਂ ਅਤੇ ਮੈਂ ਅੱਜ ਰਹਿ ਰਹੇ ਹਾਂ। ਉਥਲ-ਪੁਥਲ ਤਾਂ ਅੱਜ ਪੂਰੇ ਜਗਤ ਵਿੱਚ ਵੇਖਣ ਨੂੰ ਮਿਲ ਰਹੀ ਹੈ। ਇੱਕ ਵਿਅਕਤੀ ਨੇ ਤਾਂ ਇਹ ਅਹਿਸਾਸ ਕੀਤਾ ਹੈ ਕਿ ਇੱਕ ਵੱਡੀ ਜੰਗ ਜਗਤ ਵਿੱਚ 4 ਜਾਂ 5 ਜਗ੍ਹਾ ਤੇ ਕਿਸੇ ਵੀ ਵਕਤ ਸ਼ੁਰੂ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਅਸੀਂ ਰੋਜ਼ ਅਖਬਾਰ ਪੜ੍ਹਦੇ ਹਾਂ ਅਤੇ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਜਗਤ ਦਾ ਨਾਸ਼ ਆਪਸ ਵਿੱਚ ਹੀ ਇੱਕ ਦੂਜੇ ਦਾ ਨਾਸ਼ ਕਰਨ ਨਾਲ ਹੋਵੇਗਾ। ਇਤਿਹਾਸ ਦੇ ਇਸ ਮਾਹੌਲ ਵਿੱਚ ਦੇਸ਼ਾਂ ਦਾ ਕੀ ਹਾਲ ਹੋਵੇਗਾ, ਕੀ ਕੋਈ ਵਿਅਕਤੀ ਜਾਣ ਸਕਦਾ ਹੈ? ਪਰ ਮੇਰੇ ਕੋਲ ਤੁਹਾਡੇ ਲਈ ਇੱਕ ਅੱਛੀ ਖਬਰ ਹੈ। ਅਸੀਂ ਉਸ ਨੂੰ ਜਾਣ ਸਕਦੇ ਹਾਂ। ਅਸੀਂ ਪੂਰੀ ਤਰ੍ਹਾਂ ਉਸ ਨੂੰ ਨਹੀਂ ਜਾਣ ਸਕਦੇ। ਜੇ ਅਸੀਂ ਜਾਣਨਾ ਚਾਹੁੰਦੇ ਹਾਂ ਤਾਂ ਵੀ ਅਸੀਂ ਉਸ ਦੀ ਪੂਰੀ ਸੂਚਨਾ ਨਹੀਂ ਜਾਣ ਸਕਦੇ। ਪਰ ਪਰਮੇਸ਼ਰ ਨੇ ਸਾਡੇ ਲਈ ਇੱਕ ਭਵਿੱਖਬਾਣੀ ਦਾ ਇੰਤਜ਼ਾਮ ਕੀਤਾ ਹੋਇਆ ਹੈ, ਜਿਸ ਦੇ ਦੁਆਰਾ ਅਸੀਂ ਉਹਨਾਂ ਚੀਜ਼ਾਂ ਦੀ ਜਾਣਕਾਰੀ ਲੈ ਸਕਦੇ ਹਾਂ ਜੋ ਸਾਡੀ ਅੱਜ ਦੀ ਪੀੜ੍ਹੀ ਵਿੱਚ ਹੋ ਰਹੀਆਂ ਹਨ। ਜਦ ਅਸੀਂ ਦਾਨੀਏਲ ਦੀ ਕਿਤਾਬ ਦੇ 7ਵੇਂ ਅਧਿਆਏ ਤੇ ਆਉਂਦੇ ਹਾਂ ਤਾਂ ਅਸੀਂ ਜਾਣ ਸਕਦੇ ਹਾਂ ਕਿ ਇਹ ਅਧਿਆਇ ਹੀ ਇਸ ਗੱਲ ਦਾ ਗੁਰੂਤਵ ਕੇਂਦਰ ਹੈ। ਡਾਕਟਰ ਜੌਨ ਵਲਵੁੱਡ, ਜੋ ਕਿ ਇੱਕ ਵਿਖਿਆਤ ਭਵਿੱਖਵਕਤਾ ਹੈ, ਉਸ ਨੇ ਆਖਿਆ, ਦਾਨੀਏਲ ਅਧਿਆਇ 7 ਇਸ ਦੇ ਬਾਰੇ ਇੱਕ ਵਿਆਪਕ ਅਤੇ ਵਿਸ਼ਾਲ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਪ੍ਰਗਟ ਕਰਦਾ ਹੈ, ਜਿਸ ਦੇ ਬਾਰੇ ਤੁਸੀਂ ਪੁਰਾਣੇ ਨੇਮ ਵਿੱਚ ਹੋਰ ਕਿਤੇ ਨਹੀਂ ਵੇਖ ਸਕਦੇ। ਮੈਨੂੰ ਦੱਸਿਆ ਗਿਆ ਹੈ ਲਿਖਣ ਵਾਲੇ ਲੇਖਕਾਂ ਵਿੱਚੋਂ ਜਿਨ੍ਹਾਂ ਨੇ ਪੁਰਾਣੇ ਨੇਮ ਵਿੱਚ ਦਾਨੀਏਲ 7 ਨੂੰ ਇੱਕ ਮਹਾਨ ਅਧਿਆਇ ਮੰਨਣਾ ਸਵੀਕਾਰ ਕੀਤਾ ਹੈ, ਇਹ ਅਧਿਆਇ ਇੱਕ ਵੱਡੀ ਭਵਿੱਖਬਾਣੀ ਦੇ ਬਾਰੇ ਹੈ। ਇਹ ਪਰਮੇਸ਼ਰ ਵੱਲੋਂ ਇੱਕ ਗਿਆਤ ਪ੍ਰਮਾਣ ਹੈ ਜੋ ਦੇਸ਼ਾਂ ਨੂੰ ਦਿੱਤਾ ਗਿਆ ਹੈ, ਅਤੇ ਇਹ ਪਰਮੇਸ਼ਰ ਦੀ ਯੋਜਨਾ ਹੈ ਜੋ ਕਦੇ ਬਦਲ ਨਹੀਂ ਸਕਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਲੋਚਕਾਂ ਨੇ ਇਸ ਅਧਿਆਇ ਦੀ ਭਵਿੱਖਬਾਣੀ ਨੂੰ ਨਾਸ਼ ਕਰਨ ਲਈ ਸਖਤ ਮਿਹਨਤ ਕੀਤੀ ਹੈ। ਜਦ ਉਹਨਾਂ ਨੇ ਵੇਖਿਆ ਕਿ ਅਧਿਆਇ 7 ਦੀ ਭਵਿੱਖਬਾਣੀ ਸ਼ਬਦ ਦਰ ਸ਼ਬਦ ਇਤਿਹਾਸ ਵਿੱਚ ਪੂਰੀ ਹੋ ਰਹੀ ਹੈ, ਅਤੇ ਜੋ ਗੱਲਾਂ ਪੂਰੀਆਂ ਨਹੀਂ ਹੋਈਆਂ ਉਹ ਵੀ ਸ਼ਬਦ ਦਰ ਸ਼ਬਦ ਪੂਰੀਆਂ ਹੋ ਜਾਣਗੀਆਂ, ਅਤੇ ਹਰੇਕ ਜੋ ਬਾਈਬਲ ਉੱਤੇ ਵਿਸ਼ਵਾਸ ਨਹੀਂ ਕਰਦਾ ਅਤੇ ਉਸ ਦੀ ਸੱਚਾਈ ਨੂੰ ਨਹੀਂ ਮੰਨਦਾ, ਇੱਕ ਦਿਨ ਪਰੇਸ਼ਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਅਸੀਂ ਬੜੀ ਮੁਸ਼ਕਲ ਦੇ ਨਾਲ ਇਸ ਬਾਈਬਲ ਦੀ ਦਾਨੀਏਲ ਨਾਮੇ ਕਿਤਾਬ ਦੇ 7ਵੇਂ ਅਧਿਆਇ ਵਿੱਚ ਬਿਆਨ ਅਸਲੀ ਭਵਿੱਖਬਾਣੀ ਵੱਲ ਵੇਖੀਏ, ਮੈਂ ਜ਼ਰੂਰੀ ਸਮਝਦਾ ਹਾਂ ਕਿ ਤੁਹਾਨੂੰ ਦਾਨੀਏਲ ਦੀ ਕਿਤਾਬ ਦੇ ਬਾਰੇ ਕੁਝ ਜਾਣਕਾਰੀ ਦੇ ਦੇਵਾਂ। ਇਸ ਲਈ ਇਸ ਭਾਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਇਸ ਦੇ ਬਾਰੇ ਸ਼ੁਰੂਆਤੀ ਵਿਚਾਰ ਦੱਸਦਾ ਹਾਂ। ਸਭ ਤੋਂ ਪਹਿਲਾਂ ਮੈਂ ਜ਼ਰੂਰ ਸਮਝਦਾ ਹਾਂ ਕਿ ਤੁਹਾਨੂੰ ਦੱਸਾਂ ਕਿ ਬਾਈਬਲ ਵਿੱਚ ਦਾਨੀਏਲ ਦੀ ਕਿਤਾਬ ਦੂਜੀਆਂ ਕਿਤਾਬਾਂ ਤੋਂ ਅੱਡ ਹੈ। ਇਹ ਆਪਣੇ ਸੰਦੇਸ਼ ਵਿੱਚ ਸਿਲਸਿਲੇਵਾਰ ਗੱਲਾਂ ਦੇ ਬਾਰੇ ਨਹੀਂ ਦੱਸਦੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅਧਿਆਇ 7 ਦੀ ਪਹਿਲੀ ਐਤ ਨੂੰ ਵੇਖੋ। ਇਹ ਆਖਦੀ ਹੈ, ਬਾਈਬਲ ਦੇ ਰਾਜਾ ਬਲੈਸ਼ਰ ਦੇ ਪਹਿਲੇ ਵਰ੍ਹੇ ਵਿੱਚ ਦਾਨੀਏਲ ਨੇ ਆਪਣੇ ਪਲੰਘ ਉੱਤੇ ਇੱਕ ਸੁਪਨਾ ਵੇਖਿਆ, ਅਤੇ ਅਸੀਂ ਇਹ ਸੋਚ ਕੇ ਪਰੇਸ਼ਾਨ ਹੋ ਸਕਦੇ ਹਾਂ ਕਿ ਇਹ ਬਲੈਸ਼ਰ ਦੇ ਰਾਜ ਦੇ ਅੰਤ ਬਾਰੇ ਦੱਸ ਰਿਹਾ ਹੈ। ਯਾਦ ਕਰੋ, ਜਦ ਉਸ ਨੇ ਇੱਕ ਵੱਡੀ ਦੌਤ ਕੀਤੀ, ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪ੍ਰਗਟ ਹੋਈਆਂ, ਅਤੇ ਉਹਨਾਂ ਨੇ ਰਾਜੇ ਦੇ ਮਹਿਲ ਦੀ ਚੂਨੇ ਵਾਲੀ ਕੰਧ ਉੱਤੇ ਲਿਖਿਆ। ਲੇਖ ਇਬਰਾਨੀ ਵਿੱਚ ਸੀ ਅਤੇ ਇਹ ਬਲੇਸ਼ਰ ਦੇ ਵਾਸਤੇ ਸੀ। ਇਸ ਤਰ੍ਹਾਂ ਅਧਿਆਇ 6 ਦਾ ਅੰਤ ਹੋ ਜਾਂਦਾ ਹੈ, ਅਤੇ ਹੁਣ ਅਸੀਂ ਅਧਿਆਇ 7 ਵਿੱਚ ਹਾਂ। ਇੱਥੇ ਉਹ ਦੁਬਾਰਾ ਆਉਂਦਾ ਹੈ, ਇਸ ਲਈ ਅਸੀਂ ਆਪਣੇ ਆਪ ਵਿੱਚ ਇੱਕ ਪ੍ਰਸ਼ਨ ਕਰ ਸਕਦੇ ਹਾਂ, ਉਹ ਕਿੱਧਰੋਂ ਆਉਂਦਾ ਹੈ ਅਤੇ ਉਹ ਅਧਿਆਇ 7 ਵਿੱਚ ਕੀ ਕਰ ਰਿਹਾ ਹੈ? ਜਦ ਕਿ ਅਸੀਂ ਸੋਚ ਸਕਦੇ ਹਾਂ ਕਿ ਉਸ ਦੇ ਨਾਲ ਤਾਂ ਅਧਿਆਇ 6 ਵਿੱਚ ਸਭ ਕੁਝ ਹੋ ਚੁੱਕਾ ਹੈ। ਠੀਕ ਹੈ, ਮੈਂ ਤੁਹਾਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਦੱਸਣਾ ਚਾਹੁੰਦਾ ਹਾਂ। ਬੇਬੀਲੋਨ ਦੇ ਰਾਜਾ ਬਲੈਸ਼ਰ ਦੇ ਪਹਿਲੇ ਵਰ੍ਹੇ ਵਿੱਚ ਇਸ ਕਿਤਾਬ ਦੇ ਇੱਕ ਸਿਧਾਂਤ ਦੀ ਕੁੰਜੀ ਨੂੰ ਵੇਖਦੇ ਹਾਂ। ਇਹ ਉਹ ਕਿਤਾਬ ਹੈ ਜੋ ਸਿਲਸਿਲੇਵਾਰ ਗੱਲਾਂ ਦੇ ਬਾਰੇ ਨਹੀਂ ਦੱਸਦੀ। ਤੁਸੀਂ ਮੈਨੂੰ ਆਖ ਸਕਦੇ ਹੋ, ਪਾਸਟਰ ਜਰਮੀਆ, ਇਸ ਕਿਤਾਬ ਨੂੰ ਸਮਝਣਾ ਸੌਖਾ ਨਹੀਂ ਹੈ। ਤੁਸੀਂ ਇਹ ਵੀ ਆਖ ਸਕਦੇ ਹੋ ਕਿ ਇਹ ਕਿਤਾਬ ਬਹੁਤ ਪੁਰਾਣੀ ਹੈ ਅਤੇ ਹੁਣ ਇਸ ਦਾ ਕੋਈ ਅਰਥ ਨਹੀਂ ਹੈ। ਠੀਕ ਹੈ, ਆਖ ਸਕਦੇ ਹੋ। 7ਵਾਂ ਅਧਿਆਇ ਦਾਨੀਏਲ ਦੀ ਕਿਤਾਬ ਦਾ ਦੂਜਾ ਵੱਡਾ ਭਾਗ ਹੈ। ਦਾਨੀਏਲ 1 ਅਧਿਆਇ ਤੇ 6 ਅਧਿਆਇ ਕਿਤਾਬਾਂ ਦਾ ਇਤਿਹਾਸਕਾਰ ਭਾਗ ਹੈ। ਦਾਨੀਏਲ 7 ਅਧਿਆਇ ਤੋਂ 12 ਅਧਿਆਇ ਇਸ ਕਿਤਾਬ ਦਾ ਭਵਿੱਖਬਾਣੀ ਕਰਨ ਵਾਲਾ ਭਾਗ ਹੈ। ਅਸਲ ਵਿੱਚ ਦਾਨੀਏਲ 7 ਤੋਂ 12 ਅਧਿਆਇ ਦੀ ਭਵਿੱਖਬਾਣੀ ਦਾਨੀਏਲ 1 ਅਧਿਆਇ ਤੋਂ 6 ਦੀ ਇਤਿਹਾਸਕਾਰ ਗੱਲਾਂ ਉੱਤੇ ਚੋਟ ਮਾਰਦੀ ਹੈ। ਹੁਣ ਮੈਂ ਤੁਹਾਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਖਾਸ ਚੀਜ਼ ਦੱਸਣਾ ਚਾਹੁੰਦਾ ਹਾਂ। ਅਧਿਆਇ 7 ਵੱਲ ਧਿਆਨ ਨਾਲ ਵੇਖੋ।
ਦਾਨੀਏਲ ਦੇ ਦੂਜੇ ਅੱਧੇ ਭਾਗ ਵਿੱਚ ਅਸੀਂ 4 ਦ੍ਰਿਸ਼ ਵੇਖਦੇ ਹਾਂ ਜੋ ਦਾਨੀਏਲ ਨੇ ਆਪ ਵੇਖੇ। ਪਹਿਲਾ 7ਵੇਂ ਅਧਿਆਇ ਵਿੱਚ ਹੈ ਜੋ ਬਲੈਸ਼ਰ ਦੇ ਪਹਿਲੇ ਵਰੇ ਦੇ ਰਾਜ ਵਿੱਚ ਹੀ ਹੈ ਅਤੇ ਲਗਭਗ 555 BC ਵਿੱਚ ਹੈ। ਅਧਿਆਇ 8 ਵਿੱਚ ਚਲੋ। ਬਲੈਸ਼ਰ ਪਾਤਸ਼ਾਹ ਦੇ ਰਾਜ ਦੇ ਤੀਜੇ ਵਰੇ ਵਿੱਚ ਮੈਨੂੰ ਇੱਕ ਹੋਰ ਦਰਸ਼ਨ ਮਿਲਿਆ। ਐਤ 1 ਇਹ ਗੱਲ ਸਾਨੂੰ ਦੱਸਦੀ ਹੈ ਕਿ ਇਹ ਬਲੈਸ਼ਰ ਰਾਜ ਦੇ ਤੀਜੇ ਵਰੇ ਵਿੱਚ ਫਿੱਟ ਬੈਠਦਾ ਹੈ। ਹੁਣ ਅਧਿਆਇ 9 ਵਿੱਚ ਚੌਥੇ ਦਰਸ਼ਨ ਲਈ ਚਲੋ। ਅਹਸ਼ਵਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਵਰੇ ਵਿੱਚ ਜੋ ਮਾਦੀ ਵੰਸ਼ ਦਾ ਸੀ। ਹੁਣ ਅਸੀਂ ਜਾਣ ਗਏ ਹਾਂ ਕਿ ਇਹ ਕਿੱਥੇ ਪੂਰਾ ਹੋਇਆ, ਕਿਉਂਕਿ ਅਸੀਂ ਪਹਿਲੇ ਹੀ ਦਾਰਾ ਨੂੰ ਪਹਿਲੇ ਭਾਗ ਵਿੱਚ ਵੇਖ ਚੁੱਕੇ ਹਾਂ। ਹੁਣ 10ਵੇਂ ਅਧਿਆਇ ਵਿੱਚ ਚਲੋ। ਫਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਵਰੇ ਵਿੱਚ, ਅਤੇ ਇਹ ਆਖਰੀ ਦਰਸ਼ਨ ਹੈ। ਇਸ ਲਈ ਜੋ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਉਹ ਇਹ ਹੈ ਜੋ ਦਾਨੀਏਲ ਦੀ ਕਿਤਾਬ ਅਧਿਆਇ 7 ਤੋਂ 12 ਅਧਿਆਇ ਵਿੱਚ ਦਿੱਤੇ ਗਏ ਦਰਸ਼ਨ ਦੁਆਰਾ ਦੱਸਦੀ ਹੈ। ਉਹ ਸ਼ਬਦ ਦਰ ਸ਼ਬਦ ਅਧਿਆਇ 1 ਅਧਿਆਇ ਤੋਂ ਲੈ ਕੇ 6 ਅਧਿਆਇ ਵਿੱਚ ਵਰਣਿਤ ਇਤਿਹਾਸ ਵਿੱਚ ਪੂਰੇ ਹੋਏ। ਹੁਣੇ ਹਰੇਕ ਆਦਮੀ ਇਸ ਗੱਲ ਵਿੱਚ ਮੇਰੇ ਨਾਲ ਸਹਿਮਤ ਹੈ। ਤੁਸੀਂ 7 ਅਧਿਆਇ ਤੋਂ 12 ਅਧਿਆਇ ਵਿੱਚ ਲਿਖੀਆਂ ਗੱਲਾਂ ਨੂੰ ਵੇਖ ਕੇ ਆਪ ਹੀ ਵੇਖ ਸਕਦੇ ਹੋ ਕਿ ਉਹ 1 ਅਧਿਆਇ ਤੋਂ 6 ਅਧਿਆਇ ਵਿੱਚ ਕਿਸ ਤਰ੍ਹਾਂ ਪੂਰੀਆਂ ਹੋਈਆਂ ਸਨ। ਜੇ ਤੁਸੀਂ ਨਹੀਂ ਸਮਝ ਸਕਦੇ ਤਾਂ ਤੁਸੀਂ ਸੱਚਮੁੱਚ ਭਰਮ ਵਿੱਚ ਜਾ ਰਹੇ ਹੋ, ਕਿਉਂਕਿ ਇਹੋ ਜਿਹੇ ਸਭ ਲੋਕ ਆਪਣੇ ਆਪ ਨੂੰ ਕਿਤਾਬ ਦੇ ਦੂਜੇ ਅੱਧੇ ਹਿੱਸੇ ਵਿੱਚ ਨਸ਼ੇ ਵਿੱਚ ਹੀ ਮਹਿਸੂਸ ਕਰਨਗੇ। ਦਾਨੀਏਲ ਦਾ ਚੌਥਾ ਦਰਸ਼ਨ 22 ਸਾਲ ਤੱਕ ਚੱਲਿਆ। ਦਾਨੀਏਲ 1 ਅਧਿਆਇ 6 ਅਧਿਆਇ ਵਿੱਚ ਅਸੀਂ ਵੇਖਿਆ ਕਿ ਉਹ ਦੂਜਿਆਂ ਦੇ ਸੁਪਨਿਆਂ ਦੀ ਵਿਆਖਿਆ ਕਰ ਰਿਹਾ ਸੀ। ਨਬੂਕਦਨਜ਼ਰ ਦੇ ਬਾਰੇ ਧਿਆਨ ਕਰੋ। ਦਾਨੀਏਲ 7 ਅਧਿਆਇ ਤੋਂ 12 ਅਧਿਆਇ ਵਿੱਚ ਅਸੀਂ ਵੇਖਦੇ ਹਾਂ ਦਾਨੀਏਲ ਆਪਣੇ ਦਰਸ਼ਨਾਂ ਦੀ ਵਿਆਖਿਆ ਕਰ ਰਿਹਾ ਹੈ। ਜੇ ਅਸੀਂ ਦਾਨੀਏਲ ਦੀ ਕਿਤਾਬ ਨੂੰ ਇਸ ਤਰ੍ਹਾਂ 2 ਹਿੱਸਿਆਂ ਵਿੱਚ ਵੰਡੀਏ ਕਿ ਅਧਿਆਇ 7 ਪਹਿਲੇ ਭਾਗ ਦਾ ਆਖਰੀ ਹੋਵੇ ਅਤੇ ਦੂਜੇ ਭਾਗ ਦੀ ਸ਼ੁਰੂਆਤ, ਤਾਂ ਅਸੀਂ ਵੇਖਾਂਗੇ ਅਧਿਆਇ 1 ਤੋਂ ਲੈ ਕੇ 7 ਜਗਤ ਦੇ ਦੇਸ਼ਾਂ ਦੇ ਭਵਿੱਖ ਦੇ ਬਾਰੇ ਨੂੰ ਪ੍ਰਗਟ ਕਰਦਾ ਹੈ ਅਤੇ ਅਧਿਆਇ 8 ਤੋਂ 12 ਇਜ਼ਰਾਈਲ ਦੇ ਦੇਸ਼ ਦੇ ਭਵਿੱਖ ਨੂੰ ਪ੍ਰਗਟ ਕਰਦਾ ਹੈ। ਇਸ ਲਈ ਜਦ ਤੁਸੀਂ ਅਧਿਆਇ 7 ਦੇ ਅੰਤ ਵਿੱਚ ਪਹੁੰਚਦੇ ਹੋ ਤਾਂ ਅੰਦਾਜ਼ਾ ਲਗਾ ਸਕਦੇ ਹੋ ਕੀ ਹੋਇਆ। ਅਸੀਂ ਅਧਿਆਇ 8 ਵਿੱਚ ਇਜ਼ਰਾਈਲ ਦੇ ਲੋਕਾਂ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਪਿੱਛੇ ਜਾ ਕੇ ਇਜ਼ਰਾਈਲ ਦੇ ਬਾਰੇ ਯੋਜਨਾ ਨੂੰ ਸਮਝਣਾ ਹੈ। ਹੁਣ ਮੈਂ ਕੁਝ ਸਮੇਂ ਲਈ ਚਾਹੁੰਦਾ ਹਾਂ ਕਿ 7ਵੇਂ ਅਧਿਆਇ ਦੀ ਮਹੱਤਤਾ ਦੇ ਬਾਰੇ ਗੱਲਬਾਤ ਕਰਾਂ, ਕਿਉਂਕਿ ਇਸ ਦੇ ਬਗੈਰ ਅਸੀਂ ਨਹੀਂ ਸਮਝ ਸਕਦੇ ਕੀ ਹੋ ਰਿਹਾ ਹੈ ਅਤੇ ਕਿਹੜੀਆਂ ਚੁਣੌਤੀਆਂ ਦਾ ਅਸੀਂ ਸਾਹਮਣਾ ਕਰਨਾ ਹੈ। ਅਧਿਆਇ 2 ਵਿੱਚ ਇੱਕ ਦਰਸ਼ਨ ਹੈ ਜੋ ਨਬੂਕਦਨਜ਼ਰ ਨੂੰ ਮਿਲਿਆ ਅਤੇ ਦਾਨੀਏਲ ਨੇ ਇਸ ਦੀ ਵਿਆਖਿਆ ਕੀਤੀ। ਅਧਿਆਇ 7 ਵਿੱਚ ਇੱਕ ਦਰਸ਼ਨ ਦਾਨੀਏਲ ਨੂੰ ਮਿਲਿਆ ਅਤੇ ਸਵਰਗਦੂਤ ਨੇ ਇਸ ਦੀ ਵਿਆਖਿਆ ਕੀਤੀ। ਅਧਿਆਇ 2 ਅਤੇ 7 ਅਧਿਆਇ ਮਿਲ ਕੇ ਚੱਲਦੇ ਹਨ। ਅਧਿਆਇ 2 ਬੇਜਾਨ ਪਸ਼ੂ ਦਾ ਇਸਤੇਮਾਲ ਸੰਦੇਸ਼ ਦੇਣ ਲਈ ਕਰਦਾ ਹੈ। ਅਧਿਆਇ 7 ਜੀਵਤੇ ਪਸ਼ੂ ਦਾ ਇਸਤੇਮਾਲ ਕਰਦਾ ਹੈ ਜੋ ਸਮੁੰਦਰ ਵਿੱਚੋਂ ਨਿਕਲਦੇ ਹਨ। ਅਧਿਆਇ 2 ਵਿੱਚ ਪਸ਼ੂ ਦੀਆਂ 10 ਉਂਗਲਾਂ ਪੈਰਾਂ ਵਿੱਚੋਂ ਨਿਕਲਦੀਆਂ ਹਨ। ਅਧਿਆਇ 7 ਵਿੱਚ ਆਖਰੀ ਪਸ਼ੂ ਦੇ ਸਿਰ ਵਿੱਚੋਂ 10 ਸਿਰ ਨਿਕਲਦੇ ਹੋਏ ਵੇਖੇ ਗਏ ਹਨ। ਅਧਿਆਇ 2 ਵਿੱਚ ਇਤਿਹਾਸ ਨੂੰ ਪ੍ਰਗਟ ਕਰ ਰਿਹਾ ਹੈ। ਹੁਣ ਧਿਆਨ ਨਾਲ ਵੇਖੋ। ਅਧਿਆਇ 2 ਇੱਕ ਕੱਟੜਪੰਥੀ ਰਾਜਾ ਨਬੂਕਦਨਜ਼ਰ ਨੂੰ ਲੈ ਕੇ ਦੱਸਦਾ ਹੈ ਕਿ ਉਸ ਦੀ ਬਾਦਸ਼ਾਹਤ ਵਿਰਾਟ ਪਸ਼ੂ ਦੀ ਤਰ੍ਹਾਂ ਹੈ ਜਿਸ ਦਾ ਸਿਰ ਸੋਨੇ ਦਾ ਹੈ। ਨਬੂਕਦਨਜ਼ਰ ਮਹਾਨ ਬਾਦਸ਼ਾਹ ਬਣਨ ਦਾ ਸੁਪਨਾ ਵੇਖ ਰਿਹਾ ਸੀ। ਅਧਿਆਇ 7 ਤੁਹਾਨੂੰ ਪਰਮੇਸ਼ਰ ਦੇ ਨਜ਼ਰੀਏ ਬਾਰੇ ਦੱਸਦਾ ਹੈ ਕਿ ਇਹ ਇੱਕ ਗੁੱਛੇ ਦੀ ਤਰ੍ਹਾਂ ਹੈ ਜਿਸ ਦੇ ਅੰਦਰ ਬਹੁਤ ਭੁੱਖੇ ਅਤੇ ਮਾਸਾਹਾਰੀ ਪਸ਼ੂ ਹਨ ਜੋ ਇੱਕ ਦੂਜੇ ਨੂੰ ਖਾ ਜਾਣਾ ਚਾਹੁੰਦੇ ਹਨ। ਜਗਤ ਦੇ ਦੇਸ਼ਾਂ ਦੇ ਪ੍ਰਤੀ ਪਰਮੇਸ਼ਰ ਦਾ ਇਹੀ ਨਜ਼ਰੀਆ ਹੈ। 4 ਪਸ਼ੂ ਜੋ ਸਮੁੰਦਰ ਵਿੱਚੋਂ ਨਿਕਲਦੇ ਹਨ ਉਹ 4 ਰਾਜ ਦੇ ਚਰਿੱਤਰ ਨੂੰ ਦਰਸਾਉਂਦੇ ਹਨ। ਇਹਨਾਂ ਪਸ਼ੂਆਂ ਦੇ ਬਾਰੇ ਪਰਮੇਸ਼ਰ ਦਾ ਜੋ ਨਜ਼ਰੀਆ ਹੈ ਉਸ ਨੂੰ ਅਸੀਂ ਹੁਣੇ ਹੀ ਸਮਝਿਆ ਹੈ। ਇਸੇ ਨਜ਼ਰੀਏ ਨਾਲ ਸਾਨੂੰ ਅਧਿਆਇ 1 ਅਧਿਆਇ ਤੋਂ 6 ਅਧਿਆਇ ਵਿੱਚ ਇਹਨਾਂ ਪਸ਼ੂਆਂ ਦੇ ਚਰਿੱਤਰ ਦੇ ਬਾਰੇ ਵੇਖਣ ਨੂੰ ਮਿਲਦਾ ਹੈ। ਉਹਨਾਂ ਦੇ ਰਾਜ ਵਿੱਚ ਲੋਕਾਂ ਦਾ ਨੈਤਿਕ ਚਰਿੱਤਰ ਅਸੀਂ ਸਪਸ਼ਟ ਰੂਪ ਵਿੱਚ ਬਲੈਸ਼ਰ ਦੀ ਦੌਤ ਵਿੱਚ ਵੇਖਦੇ ਹਾਂ। ਸ਼ਰਾਬ ਪੀਣਾ, ਅਨੈਤਿਕ ਕੰਮ, ਵੱਧ ਚੱਲਣੀ ਅਤੇ ਹੋਰ ਇਹੋ ਜਿਹੇ ਕੰਮ ਹੀ ਉਹਨਾਂ ਦੇ ਚਰਿੱਤਰ ਹੈ ਜੋ ਅੱਜ ਸੰਸਾਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅਤੇ ਕਿਤਾਬ ਦੇ ਪਹਿਲੇ ਹਿੱਸੇ ਵਿੱਚ ਅਸੀਂ ਵੇਖਿਆ ਸੀ ਕਿ ਦਾਰਾ ਨੇ ਆਪਣੀ ਮੂਰਤ ਬਣਾ ਕੇ ਆਪਣੀ ਹੀ ਭਗਤੀ ਲਈ ਲੋਕਾਂ ਨੂੰ ਕਿਸ ਤਰ੍ਹਾਂ ਮਜਬੂਰ ਕੀਤਾ ਗਿਆ। ਇਸ ਲਈ ਹੁਣ ਕੁਝ ਦੇਰ ਲਈ ਅਸੀਂ ਰੁਕਦੇ ਹਾਂ ਅਤੇ ਆਪਣੀ ਬਾਈਬਲ ਖੁੱਲੀ ਰੱਖੋ ਅਤੇ ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਦਾ ਨਜ਼ਰੀਆ ਸੰਸਾਰ ਦੇ ਇਤਿਹਾਸ ਵਿੱਚ ਰਾਜਾ ਨਬੂਕਦਨਜ਼ਰ ਦਾ ਸੀ। ਅਧਿਆਇ 7 ਜੋ ਪਰਮੇਸ਼ਰ ਦਾ ਨਜ਼ਰੀਆ ਹੈ, ਅਸੀਂ ਵੇਖਾਂਗੇ ਕਿ ਉਹ ਉਸ ਤੋਂ ਕਿਸ ਤਰ੍ਹਾਂ ਅਲੱਗ ਹੈ। ਨੰਬਰ 1, ਦਾਨੀਏਲ ਦੇ ਸੁਪਨੇ ਲਈ ਵਾਤਾਵਰਣ ਤਿਆਰ ਕਰਨਾ।
7 ਅਧਿਆਏ 1 ਵਚਨ ਤੋਂ ਲੈ ਕੇ 3 ਵਚਨ ਤੱਕ। ਮੈਂ ਚਾਹੁੰਦਾ ਹਾਂ ਕਿ ਤੁਸੀਂ ਦਾਨੀਏਲ ਦੇ 4 ਦਰਸ਼ਨਾਂ ਵਿੱਚੋਂ ਪਹਿਲੇ ਵੱਲ ਧਿਆਨ ਕਰੋ, ਜੋ ਬਲੈਸ਼ਰ ਦੇ ਰਾਜ ਦੇ ਪਹਿਲੇ ਵਰ੍ਹੇ ਵਿੱਚ ਉਸ ਨੂੰ ਮਿਲਿਆ ਸੀ, ਅਤੇ ਇਹ ਉਹ ਦਰਸ਼ਨ ਹੈ ਜੋ ਬਹੁਤ ਹੀ ਰੋਚਕ ਹੈ। ਪਹਿਲੀਆਂ 3 ਐਤਾਂ ਵਿੱਚ ਕਿਸ ਤਰ੍ਹਾਂ ਸੁਪਨੇ ਲਈ ਵਾਤਾਵਰਣ ਤਿਆਰ ਕੀਤਾ ਗਿਆ। ਇਸ ਸੁਪਨੇ ਵਿੱਚ ਅਸੀਂ ਵੇਖਦੇ ਹਾਂ ਕਿ ਦਾਨੀਏਲ ਨੂੰ ਚਿੰਨ੍ਹ ਅਤੇ ਪ੍ਰਤੀਰੂਪ ਨੂੰ ਸਮਝਣ ਦੀ ਬੁੱਧੀ ਦਿੱਤੀ ਗਈ। ਜਿਸ ਤਰ੍ਹਾਂ ਪ੍ਰਕਾਸ਼ ਦੀ ਪੋਥੀ ਵਿੱਚ ਤੁਸੀਂ ਮੋਹਰਾਂ ਅਤੇ ਕਟੋਰਿਆਂ ਅਤੇ ਨਿਆਂ ਦੇ ਨੂੰ ਦਰਸਾਇਆ ਗਿਆ ਸੀ, ਦਾਨੀਏਲ ਨੇ ਇਹਨਾਂ ਚਿੰਨ੍ਹਾਂ ਦੇ ਦੁਆਰਾ ਹੀ ਸੱਚਾਈ ਦੱਸਦੇ ਹੋਏ ਭਵਿੱਖਬਾਣੀ ਕੀਤੀ। ਦਾਨੀਏਲ ਇਸ ਕਿਤਾਬ ਵਿੱਚ ਦੱਸਦਾ ਹੈ ਕਿ ਉਸਨੇ ਆਪਣੇ ਪਲੰਗ ਤੇ ਇੱਕ ਸੁਪਨਾ ਵੇਖਿਆ। ਉਸਨੇ ਇਸ ਸੁਪਨੇ ਵਿੱਚ 3 ਚੀਜ਼ਾਂ ਵੇਖੀਆਂ। ਹੁਣ ਧਿਆਨ ਦੇਵੋ, ਪਹਿਲੀਆਂ 3 ਐਤਾਂ ਵਿੱਚ ਦਾਨੀਏਲ ਆਖਦਾ ਹੈ ਕਿ ਉਸਨੇ ਸੁਪਨੇ ਵਿੱਚ 3 ਚੀਜ਼ਾਂ ਵੇਖੀਆਂ। ਸਭ ਤੋਂ ਪਹਿਲਾਂ ਉਸਨੇ ਇੱਕ ਵੱਡਾ ਸਮੁੰਦਰ ਵੇਖਿਆ। ਦੂਜਾ, ਉਸਨੇ ਵੱਡਾ ਸਮੁੰਦਰ ਉੱਤੇ ਜ਼ੋਰ ਨਾਲ ਵਗਦੀਆਂ ਹਵਾਵਾਂ ਵੇਖੀਆਂ। ਅਤੇ ਤੀਜਾ, ਉਸ ਸਮੁੰਦਰ ਵਿੱਚੋਂ 4 ਵੱਡੇ ਵੱਡੇ ਦਰਿੰਦੇ ਇੱਕ ਦੂਜੇ ਨਾਲੋਂ ਵੱਖ-ਵੱਖ ਸਨ ਨਿਕਲੇ, ਜਿਨ੍ਹਾਂ ਨੂੰ ਉਸਨੇ ਆਪਣੇ ਜੀਵਨ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਸੀ। ਆਓ ਅਸੀਂ ਉਹਨਾਂ ਨੂੰ ਇੱਕ-ਇੱਕ ਕਰਕੇ ਵੇਖੀਏ। ਸਭ ਤੋਂ ਪਹਿਲਾਂ ਵੱਡਾ ਸਮੁੰਦਰ। ਇਸ ਬਾਰੇ ਦਾਨੀਏਲ ਆਖਦਾ ਹੈ ਕਿ ਮੈਂ ਵੇਖਦਾ ਹਾਂ ਜੋ ਆਕਾਸ਼ ਦੀਆਂ ਚਾਰੇ ਪੌਣਾ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ। ਅਸੀਂ ਜਾਣਦੇ ਹਾਂ ਕਿ ਬਾਈਬਲ ਵਿੱਚ 4 ਸਮੁੰਦਰ ਦੇ ਬਾਰੇ ਬਿਆਨ ਕੀਤਾ ਗਿਆ ਹੈ। ਅਸੀਂ ਸ਼ਾਸਤਰ ਵਿੱਚ ਪੜ੍ਹਿਆ ਹੈ 4 ਸਮੁੰਦਰ ਹਨ: ਗਲੀਲ ਸਮੁੰਦਰ, ਲਾਲ ਸਮੁੰਦਰ, ਡੈਡ ਸੀ ਸਮੁੰਦਰ ਅਤੇ ਵੱਡਾ ਸਮੁੰਦਰ। ਕੀ ਤੁਸੀਂ ਜਾਣਦੇ ਹੋ ਵੱਡਾ ਸਮੁੰਦਰ ਕਿਹੜਾ ਹੈ? ਦਾ ਮੈਡੀਟੇਰੀਅਨ। ਅਕਸਰ ਇਸ ਨੂੰ ਵੱਡਾ ਸਮੁੰਦਰ ਆਖਿਆ ਜਾਂਦਾ ਹੈ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਸੰਸਾਰ ਦਾ ਭਵਿੱਖ ਸੂਚਕ ਕੇਂਦਰ ਕਿੱਥੇ ਹੈ? ਇਹ ਮੈਡੀਟੇਰੀਅਨ ਸਮੁੰਦਰ ਹੈ। ਕੀ ਇਹ ਨਹੀਂ ਹੈ? ਕੋਈ ਇਸ ਬਾਰੇ ਸ਼ੱਕ ਕਰ ਸਕਦਾ ਹੈ? ਇਹ ਭਵਿੱਖ ਸੂਚਕ ਕੇਂਦਰ ਹੈ ਜੇ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਲਈ ਦਾਨੀਏਲ ਕਈ ਵਾਰ ਬਹੁਤੇ ਸਮੇਂ ਉੱਥੇ ਜਾ ਕੇ ਹੀ ਬਿਤਾਉਂਦਾ ਸੀ। ਇਸ ਲਈ ਉਸ ਦਾ ਸੁਪਨਾ ਉਸ ਨੂੰ ਉਸੇ ਦਰਸ਼ਨ ਵਿੱਚ ਲੈ ਗਿਆ। ਉਹ ਇਸ ਵੱਡੇ ਸਮੁੰਦਰ ਤੇ ਖੜਾ ਹੈ ਅਤੇ ਉਹ ਉਸ ਵਿੱਚ ਕੁਝ ਖਾਸ ਘਟਨਾ ਘਟਦੀ ਵੇਖਦਾ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਕਿ ਸਮੁੰਦਰ ਦਾ ਇੱਕ ਹੋਰ ਅਰਥ ਵੀ ਹੁੰਦਾ ਹੈ, ਜਿਸ ਦਾ ਬਿਆਨ ਬਾਈਬਲ ਵਿੱਚ ਹਰੇਕ ਜਗ੍ਹਾ ਕੀਤਾ ਗਿਆ ਹੈ। ਅਕਸਰ ਬਾਈਬਲ ਵਿੱਚ ਸਮੁੰਦਰ ਸ਼ਬਦ ਨੂੰ ਇੱਕ ਵੱਡੀ ਭੀੜ ਅਤੇ ਮਨੁੱਖਾਂ ਦੇ ਇਕੱਠ ਲਈ ਪ੍ਰਯੋਗ ਕੀਤਾ ਗਿਆ ਹੈ। ਆਓ ਮੈਂ ਤੁਹਾਨੂੰ ਕੁਝ ਉਦਾਹਰਨ ਦੇ ਕੇ ਸਮਝਾਵਾਂ। ਪ੍ਰਕਾਸ਼ ਦੀ ਪੋਥੀ 17 ਦੇ 15 ਵਚਨ। ਅਤੇ ਉਹਨਾਂ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੈਂ ਵੇਖੇ ਸਨ, ਜਿੱਥੇ ਉਹ ਕੰਜਰੀ ਬੈਠੀ ਹੈ, ਉਹ ਉਮਤਾਂ ਅਤੇ ਮਹਿਣਨ ਅਤੇ ਕੌਮਾਂ ਤੇ ਪਾਖਿਆ ਹਨ। ਪਾਣੀ ਕੀ ਹੈ? ਲੋਕ ਅਤੇ ਭੀੜ ਅਤੇ ਦੇਸ਼ ਅਤੇ ਪਾਖਿਆਵਾਂ। ਯਸ਼ਾਇਆ 57 ਅਧਿਆਇ 20 ਵਚਨ। ਦੁਸ਼ਟ ਉਛਲਦੇ ਸਮੁੰਦਰ ਵਾਂਗੂ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸਕਦਾ ਅਤੇ ਉਹਦੀਆਂ ਲਹਿਰਾਂ ਵਿੱਚ ਚਿੱਕੜ ਅਤੇ ਗੰਧ ਉਟੇਲਦੀਆਂ ਹਨ। ਦੁਸ਼ਟ ਕਿਸ ਤਰ੍ਹਾਂ ਦੇ ਹੁੰਦੇ ਹਨ? ਉਛਲਦੇ ਸਮੁੰਦਰ ਵਰਗੇ। ਯਸ਼ਾਇਆ 17 ਅਧਿਆਇ 12 ਵਚਨ ਤੇ 13 ਵਚਨ। ਬਹੁਤ ਸਾਰੇ ਲੋਕਾਂ ਦੀ ਗੱਜ ਸਮੁੰਦਰ ਦੀਆਂ ਗੱਜਾਂ ਵਾਂਗੂ ਉਹ ਗੱਜਦੇ ਹਨ ਅਤੇ ਉਮਤਾਂ ਦਾ ਰੌਲਾ, ਉਹ ਹੜ੍ਹਾਂ ਦੇ ਰੌਲਾ ਵਾਂਗੂ ਰੌਲਾ ਪਾਉਂਦੇ ਹਨ। ਉਮਤਾਂ ਬਹੁਤ ਪਾਣੀਆਂ ਦੇ ਰੌਲੇ ਵਾਂਗੂ ਰੌਲਾ ਪਾਉਂਦੀਆਂ ਹਨ, ਪਰ ਉਹ ਉਹਨਾਂ ਨੂੰ ਝਿੜਕੇਗਾ। ਦਾਨੀਏਲ ਆਪਣੇ ਸੁਪਨੇ ਵਿੱਚ ਇੱਕ ਵੱਡਾ ਸਮੁੰਦਰ ਵੇਖਦਾ ਹੈ। ਇਹ ਵੱਡਾ ਸਮੁੰਦਰ ਮਨੁੱਖ ਜਾਤੀ ਦਾ ਹੈ ਅਤੇ ਉਹ ਆਪਣੇ ਸੁਪਨੇ ਵਿੱਚ ਆਖਦਾ ਹੈ 4 ਹਵਾਵਾਂ ਸਮੁੰਦਰ ਉੱਤੇ ਚੱਲ ਰਹੀਆਂ ਹਨ। ਬਾਈਬਲ ਵਿੱਚ 4 ਨੰਬਰ ਜਗਤ ਨੂੰ ਦਰਸਾਉਂਦਾ ਹੈ ਅਤੇ ਧਰਤੀ ਨੂੰ ਦਰਸਾਉਂਦਾ ਹੈ। ਅਸੀਂ 4 ਹਵਾਵਾਂ ਨੂੰ ਧਰਤੀ ਦੇ ਚਾਰੇ ਕੋਨਿਆਂ ਤੋਂ ਵਗਦੇ ਵੇਖਦੇ ਹਾਂ ਅਤੇ ਦਾਨੀਏਲ ਇਸ ਤਸਵੀਰ ਵਿੱਚ ਵੇਖ ਰਿਹਾ ਹੈ ਕਿ ਗੜਗੜਾਉਂਦੇ ਸਮੁੰਦਰ ਉੱਤੇ 4 ਪਾਸਿਓਂ ਹਵਾਵਾਂ ਚੱਲ ਰਹੀਆਂ ਹਨ ਅਤੇ ਇਹ ਤਸਵੀਰ ਜਗਤ ਦੇ ਹਾਲਾਤ ਨੂੰ ਦਰਸਾ ਰਹੀ ਹੈ। ਜ਼ਰਮੀਆ 25 ਅਧਿਆਇ 32 ਵਚਨ। ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਵੇਖੋ ਬੁਰਾਈ ਕੌਮ ਉੱਤੇ ਆ ਪਵੇਗੀ ਅਤੇ ਇੱਕ ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ। ਸਮੁੰਦਰ ਉੱਤੇ ਹਵਾਵਾਂ ਦਾ ਚੱਲਣਾ ਰਾਜਨੀਤਿਕ ਉਥਲ-ਪੁਥਲ ਨੂੰ ਦਰਸਾਉਂਦਾ ਹੈ, ਜਿਸ ਦਾ ਅਰਥ ਹੈ ਇੱਕ ਵੱਡਾ ਕਲੇਸ਼ ਅਤੇ ਸੰਘਰਸ਼ ਅਤੇ ਜੰਗ ਅਤੇ ਦੇਸ਼ਾਂ ਵਿੱਚ ਖੂਨ ਖਰਾਬਾ। ਹੁਣ ਤੀਸਰੀ ਚੀਜ਼ ਜੋ ਦਾਨੀਏਲ ਵੇਖਦਾ ਹੈ, ਤੀਸਰੀ ਐਤ ਦੇ ਅਨੁਸਾਰ, ਉਹ ਇਹ ਹੈ, ਇਸ ਰੌਲੇ ਰੱਪੇ ਵਿੱਚ 4 ਵੱਡੇ ਪਸ਼ੂ ਪਾਣੀ ਵਿੱਚੋਂ ਬਾਹਰ ਨਿਕਲਦੇ ਹਨ। ਹੁਣ ਜਰਾ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਇਸ ਬਾਰੇ ਸੋਚੋ। ਇਹ ਇੱਕ ਤਰ੍ਹਾਂ ਦੀ ਉਮੜਦੀ ਹੋਈ ਚੱਟਾਨ ਹੈ ਜੋ ਡਰ ਪੈਦਾ ਕਰ ਦੇਵੇਗੀ। ਤੁਹਾਡੇ ਵਿੱਚ ਕੁਝ ਲੋਕ ਇਸ ਨੂੰ ਪਸ਼ੂਆਂ ਦਾ ਬੁਰਾ ਸੁਪਨਾ ਸਮਝ ਰਹੇ ਹੋਣਗੇ। ਲਿਖਿਆ ਹੋਇਆ ਹੈ, ਉਹ ਉਹਨਾਂ ਪਸ਼ੂਆਂ ਵਰਗੇ ਨਹੀਂ ਸਨ ਜਿਨ੍ਹਾਂ ਨੂੰ ਪਹਿਲੇ ਕਦੇ ਵੇਖਿਆ ਗਿਆ ਹੋਵੇ।
ਇਸ ਪਾਣੀ ਵਿੱਚੋਂ ਉਹ ਬਾਹਰ ਨਿਕਲ ਕੇ ਆਉਂਦੇ ਹਨ। ਬਾਈਬਲ ਵਿੱਚ ਅਕਸਰ ਪਸ਼ੂ ਰਾਜ ਨੂੰ ਦਰਸਾਉਂਦੇ ਹਨ। ਕੀ ਤੁਸੀਂ ਇਹ ਜਾਣਦੇ ਹੋ? ਮੈਂ ਤੁਹਾਨੂੰ ਇਸ ਬਾਰੇ ਉਦਾਹਰਨ ਦੇ ਸਕਦਾ ਹਾਂ। ਹਿਜ਼ਕੀਏਲ 29 ਦੇ 3 ਤੇ 5 ਵਚਨ ਅਸੀਂ ਪੜ੍ਹਦੇ ਹਾਂ। ਦਰਿਆ ਨੀਲ ਦਾ ਅਜਗਰ ਮਿਸਰ ਦੇਸ਼ ਨੂੰ ਦਰਸਾਉਂਦਾ ਹੈ। ਹਿਜ਼ਕੀਏਲ 32 ਦੇ 2 ਵਚਨ ਅਸੀਂ ਪੜ੍ਹਦੇ ਹਾਂ। ਮਿਸਰ ਦਾ ਰਾਜਾ ਫਿਰੌਨ ਨੂੰ ਆਖਿਆ ਗਿਆ ਹੈ, ਜਵਾਨ ਸ਼ੇਰ ਅਤੇ ਸਮੁੰਦਰ ਵਿੱਚ ਜਲ ਜੰਤੂ ਵਰਗਾ ਹੈ। ਜਗਤ ਦੇ ਪੁਰਾਣੇ ਸਮੇਂ ਵਿੱਚ ਆਮ ਤੌਰ ਤੇ ਜੀਵ ਜੰਤੂ ਹੀ ਰਾਜ ਦਾ ਨਿਸ਼ਾਨ ਹੁੰਦੇ ਸਨ ਅਤੇ ਅੱਜ ਵੀ ਸ਼ੇਰ ਗ੍ਰੇਟ ਬ੍ਰਿਟੇਨ ਨੂੰ ਦਰਸਾਉਂਦਾ ਹੈ ਅਤੇ ਉਕਾਬ ਯੂਨਾਈਟਿਡ ਸਟੇਟ ਨੂੰ ਦਰਸਾਉਂਦਾ ਹੈ। ਲਗਭਗ ਹਰੇਕ ਦੇਸ਼ ਨੂੰ ਦਰਸਾਉਣ ਲਈ ਇੱਕ ਪਸ਼ੂ ਜਾਂ ਇੱਕ ਪੰਛੀ ਦਾ ਚਿੰਨ੍ਹ ਦਿੱਤਾ ਗਿਆ ਹੈ। ਅਸੀਂ ਇਸ ਬਾਰੇ ਇਸ ਅਧਿਆਇ ਵਿੱਚ ਬਾਅਦ ਵਿੱਚ ਵੇਖਾਂਗੇ ਕਿ ਇਹ ਪਸ਼ੂ ਸਮੁੰਦਰ ਵਿੱਚੋਂ ਨਿਕਲ ਕੇ ਕਿਸ ਤਰ੍ਹਾਂ ਆਪਣਾ ਰਾਜ ਫੈਲਾਉਣਗੇ, ਜਿਸ ਨੂੰ ਅਸੀਂ ਅੱਜ ਜਗਤ ਵਿੱਚ ਵੇਖ ਰਹੇ ਹਾਂ। ਨੰਬਰ 2, ਦਾਨੀਏਲ ਦੇ ਸੁਪਨੇ ਦਾ ਸਿਲਸਿਲਾ 7 ਅਧਿਆਇ 4 ਵਚਨ ਤੋਂ ਲੈ ਕੇ 8 ਵਚਨ ਤੱਕ। ਹੁਣ ਤੁਸੀਂ ਮੇਰੇ ਨਾਲ ਰੁਕ ਕੇ ਐਤ 4 ਤੋਂ 8 ਐਤ ਵਿੱਚ ਸਿਲਸਿਲੇਵਾਰ ਸ਼ਬਦ ਬਹੁਤ ਹੀ ਮਹੱਤਵਪੂਰਨ ਹੈ। ਧਿਆਨ ਦੇਵੋ ਕਿ ਇਹ ਦਾਨੀਏਲ ਐਤ 4 ਵਿੱਚ ਆਖਦਾ ਹੈ। ਸਭ ਤੋਂ ਪਹਿਲਾਂ ਉੱਥੇ ਸ਼ੇਰ ਬੱਬਰ ਸੀ, ਤਦ ਐਤ 5 ਦੱਸਦੀ ਹੈ ਅਤੇ ਉੱਥੇ ਇੱਕ ਹੋਰ ਪਸ਼ੂ ਸੀ। ਐਤ 6 ਵਿੱਚ ਇਸ ਦੇ ਬਾਅਦ ਇੱਕ ਹੋਰ ਮੈਂ ਵੇਖਿਆ ਅਤੇ ਐਤ 7 ਵਿੱਚ ਇਸ ਦੇ ਬਾਅਦ ਮੈਂ ਰਾਤ ਨੂੰ ਦਰਸ਼ਨ ਵਿੱਚ ਇੱਕ ਹੋਰ ਨੂੰ ਵੇਖਿਆ। ਉਹ ਕੀ ਆਖ ਰਿਹਾ ਹੈ? ਇਹ ਪਸ਼ੂ ਇੱਕੋ ਹੀ ਸਮੇਂ ਵਿੱਚ ਨਹੀਂ ਆਏ, ਪਰ ਉਹ ਇੱਕ ਦੇ ਇੱਕ ਆਏ ਸਿਲਸਿਲੇਵਾਰ। ਮੈਂ ਤੁਹਾਨੂੰ ਇੱਕ ਵਿਆਖਿਆ ਦੇਣ ਜਾ ਰਿਹਾ ਹਾਂ ਤਾਂ ਕਿ ਇਸ ਨੂੰ ਅਸੀਂ ਅੱਛੀ ਤਰ੍ਹਾਂ ਸਮਝ ਸਕੀਏ। ਹਰੇਕ ਪਸ਼ੂ ਕਰਮਵਾਰ ਮਨੁੱਖਾਂ ਦੇ ਰਾਜ ਨੂੰ ਦਰਸਾਉਂਦਾ ਹੈ, ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਅਧਿਆਇ 2 ਵਿੱਚ ਸੀ। ਆਓ ਅਸੀਂ ਥੋੜੀ ਦੇਰ ਲਈ ਮੁੜ ਜਾਂਚ ਕਰੀਏ। ਸੋਨੇ ਦਾ ਸਿਰ ਕੌਣ ਸੀ? ਬੈਬੀਲੋਨ। ਚਾਂਦੀ ਦੇ ਹੱਥ ਅਤੇ ਛਾਤੀ ਕੌਣ ਸੀ? ਮਾਦੀ ਫਾਰਸੀ। ਪਿੱਤਲ ਦਾ ਢਿੱਡ ਅਤੇ ਪੱਟ ਕੌਣ ਸੀ? ਯੂਨਾਨ। ਲੋਹੇ ਦੀਆਂ ਲੱਤਾਂ ਅਤੇ ਪੈਰ ਕੌਣ ਸੀ? ਰੋਮ। ਠੀਕ ਹੈ, ਸ਼ਾਸਤਰ ਦੇ ਇਸ ਲੇਖ ਦੀ ਵਿਆਖਿਆ ਤੁਸੀਂ ਵੇਖ ਲਈ ਹੈ ਅਤੇ ਅਸੀਂ ਵੇਖਦੇ ਹਾਂ ਕਿ ਇਹ ਉਸ ਹੀ ਕਰਮ ਵਿੱਚ ਹੋਇਆ ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਜ਼ਰੀਏ ਨਾਲ ਵੇਖਿਆ ਸੀ। ਜਿਸ ਤਰ੍ਹਾਂ ਉਸ ਨੇ ਉਹਨਾਂ ਨੂੰ ਪਸ਼ੂ ਦੇ ਵਾਂਗੂ ਵੇਖਿਆ ਸੀ। ਉਹ ਪਸ਼ੂ ਹਨ। ਭਾਗ ਊੜਾ। ਪਹਿਲਾ ਪਸ਼ੂ 7 ਅਧਿਆਇ 4 ਵਚਨ। ਪਹਿਲਾ ਪਸ਼ੂ ਉਹ ਆਖਦਾ ਹੈ, ਇੱਕ ਬੜਾ ਰੋਚਕ ਪਸ਼ੂ ਹੈ। ਪਹਿਲਾ ਪਸ਼ੂ ਸ਼ੇਰ ਵਰਗਾ ਸੀ, ਜਿਸ ਦੇ ਖੰਭ ਉਕਾਬ ਵਰਗੇ ਸਨ। ਇਹ ਕੀ ਹੈ? ਅਜੀਬ ਤਰ੍ਹਾਂ ਦਾ ਨਹੀਂ ਹੈ? ਸ਼ੇਰ ਖੰਭਾਂ ਵਾਲਾ। ਦਾਨੀਏਲ ਦੱਸਦਾ ਹੈ, ਮੈਂ ਉਸ ਨੂੰ ਤਦ ਤੱਕ ਵੇਖਦਾ ਰਿਹਾ ਜਦ ਤੱਕ ਉਸ ਦੇ ਖੰਭ ਨਾ ਨਿਕਲ ਆਏ ਅਤੇ ਇਹ ਧਰਤੀ ਦੇ ਉੱਤੇ ਚੁੱਕ ਲਿਆ ਗਿਆ ਅਤੇ ਪੈਰਾਂ ਤੇ ਇੰਜ ਖਲੋ ਗਿਆ ਜਿਵੇਂ ਮਨੁੱਖ, ਅਤੇ ਇਸ ਨੂੰ ਆਦਮੀ ਦਾ ਦਿਲ ਦਿੱਤਾ ਗਿਆ। ਸ਼ੇਰ ਸਭ ਜੰਗਲੀ ਜਾਨਵਰਾਂ ਦਾ ਰਾਜਾ ਹੁੰਦਾ ਹੈ ਅਤੇ ਉਕਾਬ ਸਾਰੇ ਪੰਛੀਆਂ ਦਾ ਰਾਜਾ ਹੁੰਦਾ ਹੈ। ਇੱਥੇ ਇਹ ਪਸ਼ੂ ਬੈਬੀਲੋਨ ਰਾਜ ਨੂੰ ਪ੍ਰਗਟ ਕਰ ਰਿਹਾ ਹੈ, ਜਿਸ ਦਾ ਬਿਆਨ ਦਾਨੀਏਲ 2 ਵਿੱਚ ਸੋਨੇ ਦੇ ਸਿਰ ਨਾਲ ਪ੍ਰਗਟ ਕੀਤਾ ਗਿਆ ਹੈ। ਸੋਨੇ ਦਾ ਸਿਰ ਹੁਣ ਪਰਮੇਸ਼ਰ ਦੀਆਂ ਅੱਖਾਂ ਵਿੱਚ ਸ਼ੇਰ ਬਣ ਚੁੱਕਾ ਹੈ। ਬੈਬੀਲੋਨ ਦਾ ਰਾਸ਼ਟਰ ਪ੍ਰਤੀਕ ਧਿਆਨ ਨਾਲ ਸੁਣੋ। ਜੇ ਕਦੀ ਤੁਸੀਂ ਬੈਬੀਲੋਨ ਦੇ ਪੁਰਾਤੱਤਵ ਸੰਬੰਧੀ ਗਿਆਨ ਪ੍ਰਾਪਤ ਕਰੋ ਤਾਂ ਵੇਖੋਗੇ ਕਿ ਬੈਬੀਲੋਨ ਦਾ ਰਾਸ਼ਟਰ ਪ੍ਰਤੀਕ ਖੰਭਾਂ ਵਾਲਾ ਸ਼ੇਰ ਹੈ। ਲੰਡਨ ਦੇ ਅਜਾਇਬ ਘਰ ਵਿੱਚ ਬੈਬੀਲੋਨ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ 2 ਸ਼ੇਰ ਬਿਠਾਏ ਹੋਏ ਹਨ ਜੋ ਦਰਵਾਜ਼ੇ ਦੀ ਸੁਰੱਖਿਆ ਕਰਦੇ ਹਨ। ਉਹ ਸ਼ੇਰ ਖੰਭਾਂ ਵਾਲੇ ਹਨ। ਇਹ ਖੰਭ ਵਾਲੇ ਸ਼ੇਰ ਬੈਬੀਲੋਨ ਨੂੰ ਹੀ ਪ੍ਰਗਟ ਕਰਦੇ ਹਨ। ਖੰਭ ਰਾਜ ਦੀ ਮਜ਼ਬੂਤੀ ਅਤੇ ਕਰੂਰਤਾ ਨੂੰ ਦਰਸਾਉਂਦੇ ਹਨ ਅਤੇ ਇਸ ਪਹਿਲੇ ਪਸ਼ੂ ਵਿੱਚ 2 ਚੀਜ਼ਾਂ ਜੁੜੀਆਂ ਹਨ, ਸ਼ੇਰ ਦੀ ਤਾਕਤ ਅਤੇ ਉਕਾਬ ਦੀ ਤਾਕਤ। ਇਹ ਚੀਜ਼ਾਂ ਬੈਬੀਲੋਨ ਰਾਜ ਦੀ ਸ਼ਕਤੀ ਅਤੇ ਮਜ਼ਬੂਤੀ ਦੇ ਬਾਰੇ ਬਿਆਨ ਕਰਦੀਆਂ ਹਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਇ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਵਾਸ਼ਿੰਗਟਨ ਦੇ ਵਿੱਚ ਮਾਰਚ 1972 ਦੇ ਵਿੱਚ ਇੱਕ ਸਭਾ ਹੋਈ, ਜਿਸ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਵਿਗਿਆਨਿਕਾਂ ਨੇ ਹਿੱਸਾ ਲਿਆ। ਉਹਨਾਂ ਨੇ ਵਿਨਾਸ਼ ਦੇ ਦਿਨ ਬਾਰੇ ਇੱਕ ਰਿਪੋਰਟ ਪੇਸ਼ ਕੀਤੀ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਦ ਤੱਕ ਇਨਸਾਨ ਆਪਣੇ ਜੀਵਨ ਦੇ ਵਿੱਚ ਪਛਤਾਪ ਨਹੀਂ ਕਰਦੇ ਅਤੇ ਆਪਣੇ ਜੀਵਨ ਨੂੰ ਰਹਿਣ ਸਹਿਣ ਦੇ ਤਰੀਕੇ ਨੂੰ ਨਹੀਂ ਬਦਲਦੇ ਤਾਂ 100 ਸਾਲ ਦੇ ਅੰਦਰ ਸਾਡੀ ਸੱਭਿਅਤਾ ਦਾ ਨਾਸ਼ ਹੋ ਜਾਏਗਾ। ਉਹਨਾਂ ਵਿਗਿਆਨਿਕਾਂ ਨੇ ਕਿਹਾ, ਜੇਕਰ ਸਾਨੂੰ ਵਿਨਾਸ਼ ਤੋਂ ਬਚਣਾ ਹੈ ਤਾਂ ਸਾਨੂੰ ਆਪਣੀ ਦਿਸ਼ਾ ਹੀ ਬਦਲਣੀ ਪਏਗੀ। ਲੰਡਨ ਦੀ ਇੱਕ ਸਭਾ ਦੇ ਵਿੱਚ ਇੱਕੋ ਪ੍ਰਸ਼ਨ ਦੇ ਉੱਤੇ ਇੱਕ ਚਰਚਾ ਹੋਈ। ਉਹ ਸੀ ਕਿ ਸਨ 2000 ਦੇ ਬਾਅਦ ਇਨਸਾਨੀ ਸੱਭਿਅਤਾ ਦਾ ਕੀ ਹੋਏਗਾ।
ਅਤੇ ਦਾਨੀਏਲ ਦੀ ਪੁਸਤਕ ਨੂੰ ਕਿਵੇਂ ਲਿਆ ਜਾਏਗਾ। ਸਾਡੇ ਅੱਜ ਦਾ ਅਧਿਐਨ ਇਸੇ ਵਿਸ਼ੇ ਉੱਤੇ ਸੀ। ਇਸ ਬਾਰੇ ਕਈ ਵਿਚਾਰ ਸੀ ਜਿਨ੍ਹਾਂ ਨੂੰ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਿਆ। ਅਸੀਂ ਇਸ ਗੱਲ ਦਾ ਅਹਿਸਾਸ ਕਰ ਸਕਦੇ ਹਾਂ ਕਿ ਸਾਡੇ ਅੱਜ ਦੇ ਸੰਸਾਰ ਦੇ ਵਿੱਚ ਉਥਲ-ਪੁਥਲ ਹੋ ਰਹੀ ਹੈ। ਅਸੀਂ ਜਾਣਿਆ ਕਿ ਕੁਝ ਵੱਡੀਆਂ ਲੜਾਈਆਂ ਨੂੰ ਅਸੀਂ ਵੇਖਾਂਗੇ। ਅਸੀਂ ਜਾਣਿਆ ਕਿ ਦਾਨੀਏਲ ਦੀ ਪੁਸਤਕ ਦਾ 7 ਅਧਿਆਏ ਇੱਕ ਵੱਡੀ ਭਵਿੱਖਬਾਣੀ ਦੇ ਬਾਰੇ ਹੈ। ਇਹ ਪਰਮੇਸ਼ਵਰ ਵੱਲੋਂ ਇੱਕ ਗਿਆਤ ਪ੍ਰਮਾਣ ਹੈ ਜੋ ਦੇਸ਼ਾਂ ਨੂੰ ਦਿੱਤਾ ਗਿਆ ਅਤੇ ਇਹ ਪਰਮੇਸ਼ਵਰ ਦੀ ਯੋਜਨਾ ਹੈ ਜੋ ਕਦੇ ਵੀ ਨਹੀਂ ਬਦਲ ਸਕਦੀ। ਅਸੀਂ ਜਾਣਿਆ ਕਿ ਦਾਨੀਏਲ ਨਬੀ ਦੇ 7 ਅਧਿਆਏ ਦੀ ਭਵਿੱਖਬਾਣੀ ਸ਼ਬਦ ਬ ਸ਼ਬਦ ਪੂਰੀ ਹੋ ਰਹੀ ਹੈ ਅਤੇ ਜੋ ਗੱਲਾਂ ਅਜੇ ਪੂਰੀ ਨਹੀਂ ਹੋਈਆਂ ਉਹ ਵੀ ਸ਼ਬਦ ਬ ਸ਼ਬਦ ਪੂਰੀਆਂ ਹੋ ਜਾਣਗੀਆਂ। ਤਾਂ ਇਸ ਦੇ ਆਲੋਚਕਾਂ ਨੂੰ ਇਸ ਨੂੰ ਨਾਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜਿਹੜਾ ਬਾਈਬਲ ਦੀ ਭਵਿੱਖਬਾਣੀ ਨੂੰ ਨਹੀਂ ਮੰਨਦਾ ਇੱਕ ਦਿਨ ਜ਼ਰੂਰ ਪਰੇਸ਼ਾਨ ਹੋ ਜਾਏਗਾ। ਅਸੀਂ ਜਾਣਿਆ ਕਿ ਦਾਨੀਏਲ ਦੀ ਪੁਸਤਕ ਦੂਜੀ ਪੁਸਤਕਾਂ ਤੋਂ ਵੱਖਰੀ ਹੈ। ਇਹ ਪੁਸਤਕ ਸਿਲਸਿਲੇਵਾਰ ਗੱਲਾਂ ਨੂੰ ਨਹੀਂ ਦੱਸਦੀ। ਦਾਨੀਏਲ ਦੀ ਪੁਸਤਕ ਦੇ 1 ਅਤੇ 6 ਅਧਿਆਏ ਇਤਿਹਾਸ ਬਾਰੇ ਦੱਸਦੇ ਹਨ, ਪਰ 7 ਤੋਂ 12 ਅਧਿਆਏ ਭਵਿੱਖਬਾਣੀ ਬਾਰੇ ਗੱਲਬਾਤ ਕਰਦੇ ਹਨ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੇ 7 ਤੋਂ 12 ਅਧਿਆਏ ਦੇ ਵਿੱਚ 4 ਦਰਸ਼ਨ ਆਪ ਵੇਖੇ। ਅਸੀਂ ਦਾਨੀਏਲ ਨਬੀ ਦੇ ਸੁਪਨੇ ਵਿੱਚ 3 ਮੁੱਖ ਗੱਲਾਂ ਉੱਤੇ ਗੌਰ ਕੀਤਾ। ਸਭ ਤੋਂ ਪਹਿਲਾ ਸਮੁੰਦਰ, ਦੂਜਾ ਸਮੁੰਦਰ ਦੇ ਉੱਤੇ ਚੱਲਣ ਵਾਲੀ ਹਨੇਰੀਆਂ ਅਤੇ ਤੀਜੀ 4 ਪਸ਼ੂ ਵੇਖੇ ਜੋ ਦਾਨੀਏਲ ਨੇ ਪਹਿਲੇ ਕਦੇ ਵੀ ਨਹੀਂ ਦੇਖੇ ਸੀ। ਅਸੀਂ ਇਹਨਾਂ ਦੀ ਵਿਆਖਿਆ ਨੂੰ ਜਾਣਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਪਸ਼ਟ ਸਮਝਣ ਵਿੱਚ ਮਦਦ ਮਿਲੀ ਹੋਏਗੀ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਬਾਕੀ ਦਾ ਹਿੱਸਾ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰਹੇਗਾ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਕਿ ਤੁਸੀਂ ਸਾਡੇ ਤੇ ਮਿਹਰ ਕੀਤੀ, ਸਾਡੀ ਬੁੱਧੀ ਨੂੰ ਖੋਲ੍ਹਿਆ ਤਾਂ ਕਿ ਪਿਤਾ ਪਰਮੇਸ਼ਰ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀਆਂ ਦੀ ਪੁਸਤਕ ਨੂੰ ਸਮਝ ਸਕੀਏ। ਅੱਜ ਅਸੀਂ ਪਿਤਾ ਪਰਮੇਸ਼ਰ 7ਵੇਂ ਅਧਿਆਏ ਦੇ ਮਹੱਤਵ ਨੂੰ ਸਮਝਿਆ। ਅਸੀਂ ਜਾਣਿਆ ਕਿ ਕਿਸ ਤਰ੍ਹਾਂ ਪ੍ਰਭੂ ਜੀ ਇਸ ਅਧਿਆਏ ਦੇ ਦੁਆਰਾ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਸੁਪਨਿਆਂ ਦੇ ਰਾਜ ਸਮਝਾ ਰਹੇ ਹੋ। ਪ੍ਰਭੂ ਜੀ ਤੁਸੀਂ ਆਪਣੇ ਦ੍ਰਿਸ਼ਟੀਕੋਣ ਨੂੰ ਦੱਸਿਆ ਜੋ ਤੁਸੀਂ ਪ੍ਰਭੂ ਜੀ 4 ਪਸ਼ੂਆਂ ਦੇ ਜ਼ਰੀਏ ਪ੍ਰਭੂ ਇਸ ਸੰਸਾਰ ਦੇ ਰਾਜਿਆਂ ਦੇ ਪ੍ਰਤੀ ਰੱਖਦੇ ਹੋ। ਪ੍ਰਭੂ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਸਾਡੀ ਪ੍ਰਾਰਥਨਾ ਪਿਤਾ ਪਰਮੇਸ਼ਰ ਜਦੋਂ ਅਸੀਂ ਇਸ ਭਵਿੱਖਬਾਣੀ ਦੀਆਂ ਗੱਲਾਂ ਨੂੰ, ਇਸ ਦੇ ਭੇਤਾਂ ਨੂੰ ਸਮਝ ਜਾਂਦੇ ਹਾਂ ਪ੍ਰਭੂ ਜੀ ਅਸੀਂ ਹੋਰ ਤੁਹਾਡੇ ਨਜ਼ਦੀਕ ਆ ਸਕੀਏ, ਤੁਹਾਡਾ ਵਿਸ਼ਵਾਸ ਪ੍ਰਭੂ ਜੀ ਜਿੱਤ ਸਕੀਏ। ਪ੍ਰਭੂ ਸਾਡੇ ਉੱਤੇ ਕਿਰਪਾ ਕਰੋ ਤਾਂ ਕਿ ਅਸੀਂ ਪ੍ਰਭੂ ਜੀ ਆਪਣੇ ਵਿਸ਼ਵਾਸ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਸਕੀਏ। ਸਾਡੀ ਕਮੀ ਘਟੀਆਂ ਨੂੰ ਦੂਰ ਕਰੋ, ਸਾਨੂੰ ਬੁੱਧੀ ਹੋਰ ਜ਼ਿਆਦਾ ਦਿਓ ਤਾਂ ਕਿ ਪ੍ਰਭੂ ਜੀ ਇਹਨਾਂ ਗੱਲਾਂ ਨੂੰ ਸਿੱਖ ਕੇ ਅਸੀਂ ਇਸ ਗੱਲ ਨੂੰ ਜਾਣ ਸਕੀਏ ਕਿ ਤੁਸੀਂ ਕਿੰਨੇ ਮਹਾਨ ਹੋ ਔਰ ਕਿਸ ਤਰ੍ਹਾਂ ਰਾਜਿਆਂ ਨੂੰ ਖੜੇ ਕਰਦੇ ਹੋ ਔਰ ਕਿਸ ਤਰ੍ਹਾਂ ਉਹਨਾਂ ਦਾ ਨਿਆਂ ਕਰਦੇ ਹੋ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।